ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਆਪਾਂ ਸਮਾਜਿਕ ਮਸਲਿਆਂ ਬਾਰੇ ਗੱਲਬਾਤ ਕਰਦੇ ਆਂ, ਆਪਾਂ ਰਾਜਨੀਤਿਕ ਮਸਲਿਆਂ ਬਾਰੇ ਗੱਲਬਾਤ ਕਰਦੇ ਆਂ। ਆਪਾਂ ਮੈਨੂੰ ਲੱਗਦਾ ਕਿ ਧਰਮ ਦੇ ਨਾਂ ਦੇ ਉੱਪਰ ਜਿਹੜੇ ਕਰਮ ਕਾਂਡ ਕੀਤੇ ਜਾਂਦੇ ਨੇ ਉਹਨਾਂ ਦੇ ਬਾਬਤ ਗੱਲ ਘੱਟ ਕਰਦੇ ਆਂ ਆਪਣੇ ਇਸ ਚੈਨਲ ਦੇ ਉੱਪਰ। ਸੋ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਆਪਾਂ ਆਪਣੇ ਸਮਾਜ ਨੂੰ ਵਧੀਆ ਬਣਾਉਣ ਦੇ ਵਾਸਤੇ ਧਰਮ ਦੇ ਨਾਂ ਦੇ ਉੱਪਰ ਕੀਤੇ ਜਾਂਦੇ ਕਰਮ ਕਾਂਡ ਜਿਹੜੇ ਨੇ ਉਹਨਾਂ ਦੇ ਬਾਬਤ ਵੀ ਕੋਈ ਨਾ ਕੋਈ ਗੱਲਬਾਤ ਜ਼ਰੂਰ ਕਰੀਏ। ਜਿਹੜੇ ਅੱਜ ਕੱਲ੍ਹ ਦਿਨ ਚੱਲ ਰਹੇ ਨੇ ਆਪਾਂ ਉਹਨਾਂ ਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ। ਸਾਡੇ ਇੱਥੇ ਭਾਰਤ ਦੇ ਵਿੱਚ ਅੱਜ ਕੱਲ੍ਹ ਸ਼ਰਾਧਾਂ ਦੇ ਦਿਨ ਚੱਲ ਰਹੇ ਨੇ ਔਰ ਖਾਸ ਕਰਕੇ ਜਿਹੜੀ ਗੱਲ ਹੈਗੀ ਆ ਮੈਨੂੰ ਲੱਗਾ ਕਿ ਜ਼ਰੂਰੀ ਕਰਨੀ ਬਣਦੀ ਹੈ। ਸਿੱਖ ਪਰਿਵਾਰ ਜਿਹੜੇ ਨੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਸ਼ਰਾਧ ਮਨਾਉਂਦੇ ਨੇ। ਰੂਪ ਬਦਲ ਲਿਆ, ਥੋੜ੍ਹਾ ਜਿਹਾ ਰੰਗ ਢੰਗ ਬਦਲ ਲਿਆ। ਉਹ ਬ੍ਰਾਹਮਣਾਂ ਨੂੰ ਭੋਜਨ ਛਕਾਉਂਦੇ ਸੀਗੇ ਤੇ ਇੱਧਰ ਗ੍ਰੰਥੀ ਸਿੰਘ ਜਿਹੜੇ ਨੇ, ਪਾਠੀ ਸਿੰਘ, ਉਹਨਾਂ ਨੂੰ ਭੋਜਨ ਛਕਾ ਲਿਆ ਜਾਂਦਾ। ਮਕਸਦ ਜਿਹੜਾ ਹੈਗਾ ਉਹ ਉਹੀ ਹੈਗਾ ਜਿਹੜਾ ਉਹਨਾਂ ਦਾ ਹੁੰਦਾ ਸੀਗਾ, ਸ਼ਰਾਧ ਮਨਾਉਣੇ ਆ ਤੇ ਸ਼ਰਾਧ ਕਰਨੇ ਨੇ। ਹੁਣ ਜਿਹੜੇ ਸੱਜਣ ਸ਼ਰਾਧ ਕਰਦੇ ਨੇ ਜਾਂ ਸ਼ਰਾਧ ਮਨਾਉਂਦੇ ਨੇ, ਜਿਹੜੇ ਇਹਨਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਇਸ ਕਰਮ ਕਾਂਡ ਦੇ ਵਿੱਚ, ਆਪਾਂ ਗੱਲਬਾਤ ਪਹਿਲਾਂ ਕਰਦੇ ਹਾਂ ਬਈ ਉਹ ਕਿਸ ਗੱਲ ਦੇ ਆਧਾਰ ਦੇ ਉੱਪਰ ਮੰਨਦੇ ਨੇ ਵੀ ਸ਼ਰਾਧ ਹੁੰਦੇ ਨੇ ਤੇ ਸ਼ਰਾਧ ਮਨਾਉਣੇ ਬੜੇ ਹੀ ਜ਼ਰੂਰੀ ਹੁੰਦੇ ਨੇ। ਉਹ ਇੱਦਾਂ ਮੰਨਦੇ ਆ ਵੀ ਕਹਿੰਦੇ ਜਿਹੜੀ ਸਾਡੀ ਹੋਂਦ ਹੈਗੀ ਆ ਮਨੁੱਖਾਂ ਦੀ ਉਹ ਸਾਡੇ ਪੁਰਖਿਆਂ ਦੇ ਕਰਕੇ ਹੀ ਹੈਗੀ ਆ। ਪੁਰਖੇ ਭਾਵ ਕੇ ਜਿਹੜੇ ਸਾਡੇ ਪੂਰਵਜ ਸੀਗੇ, ਸਾਡੇ ਤੋਂ ਪਹਿਲਾਂ ਸਾਡੇ ਪਿਤਾ ਜੀ, ਸਾਡੇ ਦਾਦਾ ਜੀ ਜਾਂ ਸਾਡੇ ਪੜਦਾਦਾ ਜੀ, ਸੋ ਉਹਨਾਂ ਨੂੰ ਕਿਹਾ ਜਾਂਦਾ ਪੂਰਵਜ। ਵੀ ਸਾਡੀ ਹੋਂਦ ਜਿਹੜੀ ਆ ਉਹ ਸਾਡੇ ਪੂਰਵਜਾਂ ਦੇ ਕਰਕੇ ਹੀ ਹੈਗੀ ਆ। ਵੀ ਜੇ ਸਾਡੇ ਪਿੱਤਰ ਖੁਸ਼ ਹੋਣਗੇ ਤਾਂ ਹੀ ਅਸੀਂ ਖੁਸ਼ ਹੋਵਾਂਗੇ। ਜਿਹੜੇ ਮਰ ਚੁੱਕੇ ਆ ਇਸ ਦੁਨੀਆ ਤੋਂ, ਸਾਡੇ ਪੁਰਖੇ ਜਾ ਚੁੱਕੇ ਆ, ਉਹਨਾਂ ਨੂੰ ਖੁਸ਼ ਕਰਨ ਦੀ ਗੱਲ ਕੀਤੀ ਜਾਂਦੀ ਆ ਵੀ ਜੇ ਉਹ ਖੁਸ਼ ਹੋਣਗੇ ਤਾਂ ਹੀ ਆਪਾਂ ਖੁਸ਼ ਰਹਿ ਸਕਦੇ ਆ। ਜਿਹੜੇ ਹਿੰਦੂ ਧਾਰਮਿਕ ਗ੍ਰੰਥ ਹੈਗੇ ਨੇ ਉਹਨਾਂ ਦੇ ਵਿੱਚ ਪਿੱਤਰਾਂ ਨੂੰ ਦੇਵਤਿਆਂ ਵਾਂਗ ਹੀ ਪਰਿਭਾਸ਼ਾ ਦਿੱਤੀ ਗਈ ਆ ਵੀ ਜਿੱਦਾਂ ਦੇਵਤੇ ਹੁੰਦੇ ਨੇ ਇੱਦਾਂ ਹੀ ਪਿੱਤਰ ਹੁੰਦੇ ਨੇ। ਪਿੱਤਰਾਂ ਦੇ ਨਿਮਿੱਤ ਕੀਤਾ ਜਾਣ ਵਾਲਾ ਜਿਹੜਾ ਸੰਸਕਾਰ ਹੈਗਾ ਉਹਨੂੰ ਹੀ ਉਹ ਸ਼ਰਾਧ ਕਹਿੰਦੇ ਨੇ। ਹੁਣ ਪਿੱਤਰ ਪੱਖ ਦੇ ਜਿਹੜੇ ਸ਼ਰਾਧ ਹੈਗੇ ਨੇ ਉਹ ਨਿਰਧਾਰਤ ਰਹਿੰਦੇ ਹਨ। ਪ੍ਰੇਸ਼ਟ ਦੀ ਕੋਈ ਸਦੀ ਪ੍ਰੇਸ਼ਟਪਦੀ ਪੁੰਨਿਆ ਦਾ ਦਿਨ ਹੁੰਦਾ ਹੈਗਾ ਜਦੋਂ, ਉਦੋਂ ਤੋਂ ਹੀ ਸ਼ਰਾਧ ਸ਼ੁਰੂ ਹੋ ਜਾਂਦੇ ਆ। ਜਿੱਦਾਂ ਹੁਣ ਅੱਜ ਕੱਲ੍ਹ ਵੀ ਸ਼ੁਰੂ ਹੋ ਗਿਆ ਪਿਛਲੇ 2 ਦਿਨਾਂ ਤੋਂ ਲਗਾਤਾਰ। ਸੋ ਇਹ 15-16 ਦਿਨ ਚੱਲਦੇ ਆ। ਫਿਰ ਹੁਣ ਉਸ ਤੋਂ ਬਾਅਦ ਗੀਤਾ ਦੇ ਵਿੱਚ ਲਿਖਿਆ ਹੋਇਆ ਵੀ 84 ਲੱਖ ਜੂਨਾਂ ਦਾ ਜ਼ਿਕਰ ਹੈਗਾ ਗੀਤਾ ਦੇ ਵਿੱਚ, ਜਦੋਂ ਕਿ ਪਿੱਤਰਾਂ ਦੀ ਜਿਹੜੀ ਉਮਰ ਹੈਗੀ ਆ ਉਹ 1000 ਵਰੇ ਮੰਨੀ ਜਾਂਦੀ ਹੈ। ਵੇਦਾਂ ਤੇ ਸ਼ਾਸਤਰਾਂ ਦੇ ਵਿੱਚ ਸਪਸ਼ਟ ਵਰਣਨ ਮਿਲਦਾ ਹੈ ਕਿ ਜੋ ਪ੍ਰਾਣੀ ਆਪਣੇ ਪਿੱਤਰਾਂ ਨੂੰ ਖੁਸ਼ ਕਰਨ ਤੇ ਉਹਨਾਂ ਦੀ ਸ਼ਾਂਤੀ ਵਾਸਤੇ ਕਰਮ ਨਹੀਂ ਕਰਦਾ ਉਹ ਕਈ ਤਰ੍ਹਾਂ ਦੇ ਕਸ਼ਟਾਂ, ਕਰਜ਼ਾਂ, ਰੋਗਾਂ, ਦੁੱਖਾਂ, ਸੰਤਾਨ ਕਸ਼ਟ, ਰਾਜ ਕਸ਼ਟ ਤੇ ਭੂਮੀ ਕਸ਼ਟ ਤੋਂ ਪੀੜਤ ਹੁੰਦਾ ਹੈ। ਇੱਦਾਂ ਲਿਖਿਆ ਹੋਇਆ ਮਿਲਦਾ। ਜੇ ਸਾਡੇ ਪੂਰਵਜ ਨਾ ਹੁੰਦੇ ਤਾਂ ਸਾਡੀ ਹੋਂਦ ਹੀ ਨਾ ਹੁੰਦੀ, ਇੱਦਾਂ ਮੰਨਦੇ ਨੇ ਉਹ। ਤੇ ਜਦੋਂ ਸਾਡੇ ਪਿੱਤਰ ਹੀ ਨਾਰਾਜ਼ ਹੋਣਗੇ ਤਾਂ ਸਾਡੇ ਦੇਵਤਾ ਵੀ ਸਾਡੇ ਲਾਗੇ ਨਹੀਂ ਆ ਸਕਦੇ। ਪਿੱਤਰ ਜਗ ਦਾ ਹੀ ਦੂਜਾ ਨਾਮ ਸ਼ਰਾਧ ਹੈ। ਹਿੰਦੂ ਮਾਨਤਾਵਾਂ ਦੇ ਮੁਤਾਬਕ 1 ਵਰੇ ਤੱਕ ਅਕਸਰ ਸੂਖਮ ਜੀਵ ਨੂੰ ਸਰੀਰ ਨਹੀਂ ਮਿਲਦਾ। ਮੋਹ ਵਸ਼ ਉਹ ਜਿਹੜਾ ਸੂਖਮ ਜੀਵ ਹੈਗਾ ਉਹ ਆਪਣੇ ਪਰਿਵਾਰ ਵਿੱਚ ਤੇ ਆਪਣੇ ਘਰ ਦੇ ਆਲੇ ਦੁਆਲੇ ਹੀ ਘੁੰਮਦਾ ਰਹਿੰਦਾ ਹੈ, ਜੋ ਉੱਥੇ ਲਿਖਿਆ ਮਿਲਦਾ ਹੈਗਾ। ਭਾਵੇਂ ਸੰਸਕਾਰ ਕਰ ਦਿੱਤਾ ਆਪਣੇ ਹੱਥੀਂ ਉਸ ਸਰੀਰ ਦਾ, ਪਰ ਉਹਨਾਂ ਦੀ ਮਾਨਤਾ ਇਹ ਹੈਗੀ ਆ ਕਿ ਉਹ ਆਪਣੇ ਪਰਿਵਾਰ ਤੇ ਆਪਦੇ ਘਰ ਦੇ ਆਲੇ ਦੁਆਲੇ ਹੀ ਘੁੰਮਦਾ ਰਹਿੰਦਾ ਹੈਗਾ, ਕਿਉਂਕਿ ਉਹਨੂੰ 1 ਸਾਲ ਤੱਕ ਸਰੀਰ ਨਹੀਂ ਮਿਲਦਾ ਹੈਗਾ। ਸੋ ਸ਼ਰਾਧ ਕਰਮ ਕਰਨ ਦੇ ਨਾਲ ਉਹ ਸੂਖਮ ਜੀਵ ਜਿਹੜਾ ਹੈਗਾ ਉਹਨੂੰ ਤ੍ਰਿਪਤੀ ਮਿਲਦੀ ਆ। ਜਿਹੜਾ ਤੁਹਾਡੇ ਘਰ ਦੇ ਆਲੇ ਦੁਆਲੇ, ਪਰਿਵਾਰ ਦੇ ਆਲੇ ਦੁਆਲੇ ਜਿਹੜਾ ਤੁਹਾਡਾ ਬਜ਼ੁਰਗ ਕਹਿੰਦੇ ਉਹ ਘੁੰਮਦਾ ਹੈਗਾ, ਪਿੱਤਰ ਜਿਹਨੂੰ ਕਹਿੰਦੇ ਆ, ਵੀ ਜੇ ਉਹਦੇ ਨਿਮਿੱਤ ਇਹ ਕਰਮ ਕੀਤਾ ਜਾਂਦਾ ਹੈਗਾ ਸ਼ਰਾਧ ਵਾਲਾ, ਫਿਰ ਉਹਨੂੰ ਤ੍ਰਿਪਤੀ ਮਿਲਦੀ ਆ। ਸੋ ਇਸ ਅਨੁਸ਼ਠਾਨ ਦੇ ਵਿੱਚ ਜਦੋਂ ਅਸੀਂ ਸ਼ਰਾਧ ਦੇ ਨਾਲ ਬ੍ਰਾਹਮਣ ਨੂੰ ਭੋਜਨ ਪਦਾਰਥ ਖਵਾਉਂਦੇ ਆ ਤਾਂ ਪਿੱਤਰ ਜਿਹੜੇ ਨੇ ਉਹ ਤ੍ਰਿਪਤ ਹੁੰਦੇ ਨੇ, ਇੱਦਾਂ ਉਹ ਮੰਨਦੇ ਨੇ। ਤੇ ਜੇ ਤੁਸੀਂ ਇਹਨਾਂ ਦਿਨਾਂ ਵਿੱਚ ਘਰ ਤੋਂ ਬਾਹਰ ਹੋ ਜਾਂ ਜਲ ਪਾਤਰ ਵਿੱਚ ਕਾਲੇ ਤਿਲ ਪਾ ਕੇ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਤਰਪਣ ਕਰ ਸਕਦੇ ਹੋ, ਇੱਦਾਂ ਵੀ ਕਰ ਸਕਦੇ ਹੋ ਜੇ ਤੁਸੀਂ ਘਰ ਨਹੀਂ ਕਹਿੰਦੇ ਹੈਗੇ ਤਾਂ। ਜੇ ਘਰ ਦੇ ਵਿੱਚ ਭੋਜਨ ਬਣਾਉਣ ਦੀ ਵਿਵਸਥਾ ਨਹੀਂ ਆ ਤਾਂ ਫਲ ਅਤੇ ਮਠਿਆਈ ਦਾ ਦਾਨ ਵੀ ਤੁਸੀਂ ਕਰ ਸਕਦੇ ਹੋ। ਮਹਾਭਾਰਤ ਵਿੱਚ ਇੱਕ ਪ੍ਰਸੰਗ ਆਉਂਦਾ ਹੈ ਕਿ ਮੌਤ ਤੋਂ ਉਪਰੰਤ ਦਾਨਵੀਰ ਕਰਨ ਨੂੰ ਚਿੱਤਰਗੁਪਤ ਨੇ ਮੋਕਸ਼ ਦੇਣ ਤੋਂ ਕਹਿੰਦੇ ਇਨਕਾਰ ਕਰ ਦਿੱਤਾ ਸੀਗਾ। ਉਦੋਂ ਕਰਨ ਨੇ ਚਿੱਤਰਗੁਪਤ ਦੇ ਨਾਲ ਗੱਲਬਾਤ ਕੀਤੀ ਤੇ ਪੁੱਛਿਆ, ਕਹਿੰਦੇ ਵੀ ਮੈਂ ਤਾਂ ਸਾਰੀ ਆਪਣੀ ਸੰਪत्ति ਜਿਹੜੀ ਸੀ ਹਮੇਸ਼ਾ ਦਾਨ ਪੁੰਨ ਵਿੱਚ ਹੀ ਸਮਰਪਿਤ ਕੀਤੀ ਹੈ, ਤਾਂ ਫਿਰ ਮੇਰੇ ਤੇ ਇਹ ਕਿਹੋ ਜਿਹਾ ਕਰਜ਼ਾ ਬਾਕੀ ਰਹਿ ਗਿਆ। ਉਦੋਂ ਚਿੱਤਰਗੁਪਤ ਨੇ ਦੱਸਿਆ, ਕਹਿੰਦੇ ਰਾਜਨ ਤੁਸੀਂ ਦੇਵ ਕਰਜ਼ਾ ਤੇ ਰਿਸ਼ੀ ਕਰਜ਼ਾ ਅਦਾ ਕਰ ਦਿੱਤਾ ਹੈ, ਪਰ ਤੁਹਾਡੇ ਸਿਰ ਦੇ ਉੱਪਰ ਪਿੱਤਰ ਕਰਜ਼ਾ ਹਾਲੇ ਬਾਕੀ ਹੈ।
ਤੁਸੀਂ ਆਪਣੇ ਕਾਲ ਦੇ ਵਿੱਚ ਸੰਪत्ति ਸੋਨੇ ਦਾ ਦਾਨ ਇਹ ਸਾਰਾ ਕੁਝ ਤਾਂ ਭਾਵੇਂ ਕੀਤਾ, ਪਰ ਤੁਸੀਂ ਜਿਹੜਾ ਆਹ ਕਰਨ ਵਾਲਾ ਕੰਮ ਸੀਗਾ ਉਹ ਤੁਸੀਂ ਹਾਲੇ ਨਹੀਂ ਕੀਤਾ। ਅੰਨ ਦਾ ਦਾਨ ਨਹੀਂ ਕੀਤਾ ਹੈਗਾ। ਜਦੋਂ ਤੱਕ ਤੁਸੀਂ ਇਹ ਕਰਜ਼ਾ ਨਹੀਂ ਉਤਾਰਦੇ ਤੁਹਾਨੂੰ ਮੋਕਸ਼ ਨਹੀਂ ਮਿਲ ਸਕਦਾ, ਸੰਭਵ ਨਹੀਂ ਹੈਗਾ ਤੁਹਾਨੂੰ ਮੋਕਸ਼ ਮਿਲਣਾ। ਸੋ ਉਹਨਾਂ ਦੀਆਂ ਇਹ ਕਹਾਣੀਆਂ ਹੈਗੀਆਂ ਨੇ, ਉਹਨਾਂ ਦੀਆਂ ਇਹ ਮਾਨਤਾਵਾਂ ਹੈਗੀਆਂ ਨੇ ਜਿਹੜੀਆਂ ਉਹ ਮੁੱਢ ਤੋਂ ਲੈ ਕੇ ਲਗਾਤਾਰ ਮੰਨਦੇ ਆ ਰਹੇ ਸੀਗੇ। ਭਈ 16 ਦਿਨਾਂ ਵਾਸਤੇ ਧਰਤੀ ਤੇ ਜਾ ਕੇ ਕਹਿੰਦੇ ਫਿਰ ਦਾਨਵੀਰ ਕਰਨ ਨੂੰ ਆਖਿਆ ਵੀ 16 ਦਿਨ ਵਾਸਤੇ ਤੂੰ ਦੁਬਾਰਾ ਧਰਤੀ ਤੇ ਜਾ ਕੇ ਫਿਰ ਤੂੰ ਇਹ ਸਾਰਾ ਕਰਮਕਾਂਡ ਕਰ, ਆਪਣੇ ਪਿੱਤਰਾਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਸ਼ਰਾਧ ਵਗੈਰਾ ਜਿਹੜੇ ਹੈਗੇ ਉਹ ਕਰ, ਤੇ ਤਾਂ ਫਿਰ ਤੈਨੂੰ ਜਿਹੜੀ ਮੋਕਸ਼ ਦੀ ਪਦਵੀ ਜਿਹੜੀ ਹੈਗੀ ਆ ਉਹ ਪ੍ਰਦਾਨ ਹੋਊਗੀ। ਸੋ ਉਹਨੇ ਇਦਾਂ ਹੀ ਕੀਤਾ ਤੇ ਫਿਰ ਉਹ ਸਾਰਾ ਉਹਦਾ ਮਸਲਾ ਜਿਹੜਾ ਸੀਗਾ ਹੱਲ ਹੋ ਗਿਆ। ਇਹ ਹੈਗੀ ਆ ਉਹ ਕਹਾਣੀ ਜਿਹੜੇ ਸ਼ਰਾਧਾਂ ਨੂੰ ਮੰਨਦੇ ਨੇ, ਜਿਹੜੇ ਸ਼ਰਾਧ ਮਨਾਉਂਦੇ ਨੇ। ਹੁਣ ਆਪਾਂ ਗੱਲਬਾਤ ਕਰਦੇ ਹਾਂ। ਮੈਂ ਵੇਖਦਾ ਅਕਸਰ ਸਾਡੇ ਜਿਹੜੇ ਪ੍ਰਚਾਰਕ ਹੈਗੇ ਨੇ, ਸਿੱਖ ਪ੍ਰਚਾਰਕ, ਉਹ ਸਟੇਜਾਂ ਤੋਂ ਇਹ ਗੱਲ ਕਹਿੰਦੇ ਨੇ, ਅਕਸਰ ਮੈਂ ਸੁਣਦਾ, ਤੁਸੀਂ ਵੀ ਸੁਣਦੇ ਹੋਵੋਗੇ, ਕਿ ਜਿਨ੍ਹਾਂ ਦੇ ਤਾਂ ਇਹ ਤਿਉਹਾਰ ਹੈਗੇ ਨੇ, ਦਿਨ ਹੈਗੇ ਨੇ, ਜਿਹੜੇ ਇਹਨਾਂ ਮਾਨਤਾਵਾਂ ਨੂੰ ਮੰਨਦੇ ਨੇ ਵੀ ਉਹ ਤਾਂ ਸ਼ਰਾਧ ਮਨਾਉਣ, ਵੀ ਉਹ ਤਾਂ ਕਰਨੇ ਕੰਮ, ਪਰ ਸਾਨੂੰ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਮਨਾ ਕੀਤਾ ਹੈਗਾ ਇਹ ਕੰਮ ਕਰਨ ਤੋਂ, ਤੇ ਅਸੀਂ ਸਿੱਖਾਂ ਨੇ ਇਹ ਕਰਮ ਕਾਂਡ ਧਰਮ ਦੇ ਨਾਂ ਦੇ ਉੱਪਰ ਕੀਤੇ ਜਾਣ ਵਾਲੇ ਨਹੀਂ ਕਰਨੇ। ਪਰ ਮੇਰੇ ਮਨ ਵਿੱਚ ਖਿਆਲ ਇਹ ਆ ਰਿਹਾ ਹੈਗਾ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਬਾਣੀ, ਕਿਉਂਕਿ ਉਪਦੇਸ਼ 4 ਵਰਨਾ ਕੋ ਸਾਂਝਾ, ਇਹ ਗੁਰਬਾਣੀ ਦਾ ਉਪਦੇਸ਼ ਕੇਵਲ ਸਾਨੂੰ ਸਿੱਖਾਂ ਨੂੰ ਨਹੀਂ ਹੈਗਾ। ਮੈਨੂੰ ਲੱਗਦਾ ਕਿ ਜਿਹੜੇ ਸਾਡੇ ਹਿੰਦੂ ਭਰਾ ਹੈਗੇ ਨੇ, ਜਿਹੜੇ ਇਸ ਇਤਿਹਾਸ ਨੂੰ ਮੰਨ ਕੇ ਚੱਲਦੇ ਨੇ ਕਿ ਸ਼ਰਾਧਾਂ ਦੇ ਨਿਮਿਤ, ਆਪਾਂ ਸ਼ਰਾਧ ਪਿੱਤਰਾਂ ਦੇ ਨਿਮਿਤ ਜੇ ਕਰਦੇ ਹਾਂ ਤਾਂ ਉਹਦੇ ਨਾਲ ਫਿਰ ਆਹ ਹੋ ਜਾਊਗਾ ਤੇ ਉਹ ਹੋ ਜਾਊਗਾ, ਮੋਕਸ਼ ਮਿਲੂਗਾ। ਸੋ ਮੈਨੂੰ ਲੱਗਦਾ ਕਿ ਇਹ ਬਾਣੀ ਜਿਹੜੀ ਆ ਇਹ ਉਹਨਾਂ ਵਾਸਤੇ ਵੀ ਹੈਗੀ ਆ। ਹੁਣ ਆਪਾਂ ਗੁਰਬਾਣੀ ਦਾ ਹਵਾਲਾ ਲੈ ਕੇ ਗੱਲਬਾਤ ਕਰਦੇ ਹਾਂ ਵੀ ਗੁਰਬਾਣੀ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹਨਾਂ ਸ਼ਰਾਧਾਂ ਦਾ ਧਰਮ ਦੇ ਨਾਂ ਦੇ ਉੱਪਰ ਕੀਤੇ ਜਾਂਦੇ ਇਸ ਕਰਮ ਕਾਂਡ ਦਾ ਖੰਡਨ ਕੀਤਾ ਗਿਆ ਹੈਗਾ। ਕਿਹੜੇ ਤਰੀਕੇ ਨਾਲ ਕੀਤਾ ਗਿਆ ਹੈਗਾ ਉਹ ਮੈਂ ਤੁਹਾਨੂੰ ਸ਼ਬਦ ਪੜ੍ਹ ਕੇ ਸੁਣਾ ਦਿੰਦਾ। ਬੇਨਤੀ ਕਰਾਂ ਉਹ ਜਿਹੜਾ ਸ਼ਬਦ ਹੈਗਾ ਕੇਵਲ ਮੇਰੇ ਵਾਸਤੇ, ਕੇਵਲ ਤੁਹਾਡੇ ਵਾਸਤੇ, ਜਾਂ ਕੇਵਲ ਸਿੱਖ ਧਰਮ ਦੇ ਵਾਸਤੇ ਨਹੀਂ, ਸਿੱਖਾਂ ਵਾਸਤੇ ਹੀ ਨਹੀਂ, ਉਹ ਸਾਰਿਆਂ ਵਾਸਤੇ ਹੀ ਹੈਗਾ। ਕਿਉਂਕਿ ਇਹ ਜਿਹੜਾ ਸ਼ਬਦ ਹੈਗਾ, ਜਿਹੜਾ ਖੰਡਨ ਕੀਤਾ ਹੈਗਾ, ਖੰਡਨ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕੀਤਾ ਨਾ, ਉਹਨਾਂ ਦੇ ਵਾਸਤੇ ਕੀਤਾ ਨਾ, ਉਹਨਾਂ ਨੂੰ ਸਮਝਾਇਆ ਨਾ ਜਿਹੜੇ ਉਹ ਕਰਮਕਾਂਡ ਕਰਦੇ ਨੇ। ਜਿਹੜੇ ਨਹੀਂ ਕਰਦੇ ਉਹਨਾਂ ਨੂੰ ਥੋੜੀ ਸਮਝਾਇਆ, ਜਿਹੜੇ ਕਰਦੇ ਉਹਨਾਂ ਨੂੰ ਸਮਝਾਇਆ। ਸੋ ਆਪਾਂ ਸ਼ਬਦ ਪੜ੍ਹਦੇ ਹਾਂ, ਉਸ ਤੋਂ ਬਾਅਦ ਫਿਰ ਵਿਚਾਰ ਕਰਦੇ ਹਾਂ ਸ਼ਬਦ ਦੀ ਸੰਖੇਪ ਜਿਹੇ ਦੇ ਵਿੱਚ ਮੈਂ ਗੱਲ ਕਰੂੰਗਾ, ਔਰ ਫਿਰ ਤੁਸੀਂ ਕੰਪੈਰੀਜ਼ਨ ਕਰਕੇ ਵੇਖ ਲੈਣਾ। ਮੈਂ ਹਿੰਦੂ ਵੀਰ ਤੇ ਭੈਣਾਂ, ਕਿਉਂਕਿ ਜਿਹੜੇ ਤਾਂ ਸਮਝਦੇ ਨੇ ਇਹਨਾਂ ਗੱਲਾਂ ਨੂੰ ਅੱਜ ਉਹ ਹਟ ਰਹੇ ਨੇ, ਉਹ ਕਹਿੰਦੇ ਕਿ ਨਹੀਂ ਇਹ ਕਰਮ ਕਾਂਡ ਨੇ, ਇਹ ਵਾਜਬ ਨਹੀਂ ਹੈਗੇ, ਇਦਾਂ ਮੋਕਸ਼ ਪ੍ਰਾਪਤ ਨਹੀਂ ਹੁੰਦੇ ਹੈਗੇ। ਆਪਣੇ ਹੱਥੀਂ ਆਪਣੇ ਸਰੀਰ ਨੂੰ ਆਪਦੇ ਪੂਰਵਜ ਜਿਹੜੇ ਹੈਗੇ ਉਹਨਾਂ ਦਾ ਸੰਸਕਾਰ ਕੀਤਾ। ਹੁਣ ਖਾਣਾ ਕੌਣ ਖਾਂਦਾ ਹੈਗਾ? ਸਰੀਰ ਹੀ ਖਾਂਦਾ ਨਾ ਖਾਣਾ। ਹੁਣ ਜਦੋਂ ਸਰੀਰ ਮਿੱਟੀ ਦੇ ਵਿੱਚ ਦਫਨਾਤਾ ਜਾਂ ਉਹਨੂੰ ਅਗਨ ਭੇਟ ਕਰਕੇ ਸਾੜ ਕੇ ਸਵਾਹ ਕਰ ਦਿੱਤਾ, ਉਹ ਫਿਰ ਸਵਾਹ ਵੀ ਪਾਣੀ ਵਿੱਚ ਰੋੜ ਜਾਂਦੀ, ਫਿਰ ਉਹ ਭੋਜਨ ਜਿਹੜਾ ਹੈਗਾ ਉਹ ਖਾਣਾ ਕਿਹਨੇ ਹੈਗਾ? ਸੋ ਇਹ ਲੌਜਿਕ ਹੈਗਾ। ਜਿਨ੍ਹਾਂ ਨੂੰ ਸਮਝ ਆਉਂਦੀ ਹੈਗੀ ਆ, ਭਾਵੇਂ ਉਹ ਹਿੰਦੂ ਭਾਈਚਾਰੇ ਦੇ ਲੋਕ ਹੋਣ, ਉਹ ਇਹ ਕਰਮ ਕਾਂਡਾਂ ਨੂੰ ਛੱਡਦੇ ਜਾ ਰਹੇ ਨੇ। ਆਓ ਆਪਾਂ ਗੁਰਬਾਣੀ ਦੇ ਵਿੱਚੋਂ ਹਵਾਲਾ ਲੈਂਦੇ ਹਾਂ ਵੀ ਗੁਰੂ ਸਾਹਿਬ ਜੀ, ਭਗਤ ਸਾਹਿਬਾਨ, ਗੁਰਬਾਣੀ ਸਾਨੂੰ ਇਸ ਕਰਮ ਕਾਂਡ ਦੇ ਬਾਬਤ ਕੀ ਉਪਦੇਸ਼ ਕਰਦੀ ਹੈ। ਸੋ ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈਗਾ ਗੁਰਬਾਣੀ ਵਿੱਚ ਦਰਜ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਰਾਗ ਗੌੜੀ ਦੇ ਵਿੱਚ ਹੈਗਾ, ਰਾਗ ਗੌੜੀ ਬੈਰਾਗਣ ਕਬੀਰ ਜੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਤੁਸੀਂ ਜਾ ਕੇ ਪੜ੍ਹ ਸਕਦੇ ਹੋ, ਅੰਕ 332 ਦੇ ਉੱਪਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 332 ਦੇ ਉੱਪਰ ਇਹ ਸ਼ਬਦ ਸੁਭਾਇਮਾਨ ਹੈਗਾ। ਤੁਸੀਂ ਵੀ ਪੜ੍ਹ ਸਕਦੇ ਹੋ। ਇਕੱਲੇ ਸਿੱਖ ਹੀ ਨਹੀਂ, ਗੈਰ ਸਿੱਖ ਜਿਹੜੇ ਨੇ, ਖਾਸ ਕਰਕੇ ਜਿਹੜੇ ਇਸ ਕਰਮ ਕਾਂਡ ਦੇ ਵਿੱਚ ਗਲਤਾਨ ਹੋਏ ਨੇ, ਉਹ ਵੀ ਇਸ ਸ਼ਬਦ ਨੂੰ ਜ਼ਰੂਰ ਪੜ੍ਹਨ, ਕਿਉਂਕਿ ਬਾਣੀ ਤੇ ਉਹਨਾਂ ਵਾਸਤੇ ਵੀ ਆ ਨਾ, ਸਾਡੇ ਵਾਸਤੇ, ਸਾਰਿਆਂ ਦੇ ਵਾਸਤੇ ਸਾਂਝੀ ਹੈ ਬਾਣੀ। ਇਹ ਜਿਹੜੇ ਸ਼ਬਦ ਕਰਮ ਕਾਂਡਾਂ ਦੇ ਉੱਪਰ ਜਿਹੜੀ ਚੋਟ ਮਾਰੀ ਹੈ, ਇਹ ਤੇ ਉਹਨਾਂ ਦੇ ਵਾਸਤੇ ਚੋਟ ਮਾਰੀ ਨਾ ਜਿਹੜੇ ਉਹ ਕਰਮ ਕਾਂਡ ਕਰਦੇ ਸੀਗੇ। ਸੋ ਅੱਜ ਵੀ ਜਿਹੜੇ ਕਰਦੇ ਨੇ ਉਹਨਾਂ ਨੂੰ ਇਹ ਕਹਿਣਾ ਕਿ ਤੁਹਾਨੂੰ ਮੁਬਾਰਕ, ਤੁਸੀਂ ਕਰਦੇ ਰਹੋ, ਵੀ ਅਸੀਂ ਨਹੀਂ ਕਰਨੇ। ਉਹਨਾਂ ਨੂੰ ਇਦਾਂ ਨਹੀਂ ਵੀ ਤੁਹਾਨੂੰ ਮੁਬਾਰਕ, ਉਹਨਾਂ ਨੂੰ ਵੀ ਸਮਝਾਇਆ ਨਾ, ਉਹਨਾਂ ਨੂੰ ਵੀ ਸਗੋਂ ਦੱਸਣ ਦੀ ਲੋੜ ਹੈ ਕਿ ਗੁਰਬਾਣੀ ਵਿੱਚ ਕਿੱਦਾਂ ਲੌਜਿਕ ਦੇ ਨਾਲ ਤੁਹਾਨੂੰ ਇਹ ਕਰਮ ਕਾਂਡ ਕਰਨ ਤੋਂ ਵਰਜਿਆ ਗਿਆ ਹੈਗਾ। ਹੁਣ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੀਵਤ ਪਿੱਤਰ ਨਾ ਮਾਨੈ ਕੋਊ, ਮੂਏ ਸਰਾਧ ਕਰਾਹੀ, ਪਿੱਤਰ ਵੀ ਬਪਰੇ ਕਹੋ ਕਿਉ ਪਾਵੈ, ਕਊਆ ਕੂਕਰ ਖਾਹੀ, ਮੋਕੋ ਕੁਸ਼ਲ ਬਤਾਵੋ ਕੋਈ, कुशल कुशल कहते जग बिनसा, कुशल भी कैसे होई रहाऊ, ऐसे पितर तुम्हारे कहिए आपन कया न लेही,
ਸਰਜਿਓ ਕਾਟੈ ਨਿਰਜਿਓ ਪੂਜੈ ਅੰਤ ਕਾਲ ਕੋ ਭਾਰੀ। ਰਾਮ ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ। ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਨਾ। ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ। ਇਹ ਸ਼ਬਦ ਹੈਗਾ ਸਾਰਾ। ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਖੰਡਨ ਕੀਤਾ ਔਰ ਬੜੇ ਇੱਕ ਵਧੀਆ ਤਰੀਕੇ ਨਾਲ ਵਿਅੰਗ ਵੀ ਕੱਸਿਆ ਹੈਗਾ। ਉਹਨਾਂ ਨੇ ਸਮਝਾਇਆ ਸਾਨੂੰ ਸਾਰਿਆਂ ਨੂੰ ਵੀ ਤੁਸੀਂ ਇਹ ਕਿਹੜਾ ਕਰਮ ਕਾਂਡਾਂ ਦੇ ਵਿੱਚ ਪਏ ਹੋਏ ਹੋ। ਉਹ ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕੋਊ। ਅੱਜ ਤੁਸੀਂ ਵੇਖਿਆ ਕਈ ਵਾਰ ਭੈਣਾਂ ਇੱਕ ਦੂਜੇ ਨੂੰ ਕਹਿੰਦੀਆਂ ਨੇ ਵੀ ਜਿਉਂਦਿਆਂ ਜੀ ਜਿਹੜੇ ਹੈਗੇ ਉਹਨਾਂ ਨੂੰ ਤਾਂ ਉਹਨਾਂ ਦੀ ਤਾਂ ਬਾਤ ਨਹੀਂ ਪੁੱਛਦੇ। ਅੱਜ ਸੱਸਾਂ ਵੀ ਨੂੰਹਾਂ ਨੂੰ ਕਹਿੰਦੀਆਂ ਕਿ ਮੇਰੇ ਮਰਨ ਤੋਂ ਬਾਅਦ ਵੀ ਤੂੰ ਕੁੜੀਏ ਸ਼ਰਾਧ ਲਾਪਣਾ ਕਰਨ, ਵੀ ਮੇਰੇ ਜਿਉਂਦੇ ਜੀ ਤਾਂ ਮੇਰੀ ਬਾਤ ਨਹੀਂ ਪੁੱਛਦੀ। ਹੁਣ ਕਈ ਵਾਰ ਉਹ ਸੱਸ ਆਪਣੇ ਪਿੱਛੇ ਝਾਤ ਮਾਰ ਕੇ ਵੇਖ ਸਕਦੀ ਹੈ ਵੀ ਉਹਨੇ ਆਪਦੇ ਬਜ਼ੁਰਗਾਂ ਦੀ ਵੀ ਕਈ ਵਾਰ ਸੇਵਾ ਨਹੀਂ ਕੀਤੀ। ਸੋ ਇਦਾਂ ਕਈ ਵਾਰ ਤੁਸੀਂ ਗੱਲ ਘਰ ਵਿੱਚ ਸੁਣਦੇ ਹੋ। ਸੋ ਲੋਕ ਸਮਝ ਰਹੇ ਨੇ ਇਸ ਗੱਲ ਨੂੰ ਕਿ ਜਿਉਂਦਿਆਂ ਦੀ ਸੇਵਾ ਕਰਨੀ ਜਿਹੜੀ ਆ ਉਹ ਬੜੀ ਜ਼ਰੂਰੀ ਹੈ। ਇਹੀ ਗੱਲ ਭਗਤ ਜੀ ਕਹਿੰਦੇ, ਭਗਤ ਕਬੀਰ ਜੀ ਕਹਿੰਦੇ ਜੀਵਤ ਪਿੱਤਰ ਨਾ ਮਾਨੈ ਕੋਊ ਮੂਏ ਸਿਰਾਧ ਕਰਾਹੀ। ਵੀ ਜਿਉਂਦੇ ਜੀ ਜਿਹੜੇ ਆਪਣੇ ਹੈਗੇ ਨੇ ਬਜ਼ੁਰਗ ਉਹਨਾਂ ਦੀ ਤਾਂ ਤੂੰ ਸੇਵਾ ਨਹੀਂ ਕਰਦਾ, ਪਰ ਮੂਏ ਸਿਰਾਧ ਕਰਾਹੀ। ਜਦੋਂ ਉਹਨਾਂ ਨੇ ਮਰ ਜਾਣਾ ਫਿਰ ਤੂੰ ਸਿਰਾਧ ਕਰਾਉਣ ਵਾਸਤੇ ਬਹਿ ਜਾਣਾ। ਪਿੱਤਰ ਵੀ ਬਪੁਰੇ ਕਹੋ ਕਿਉਂ ਪਾਵੈ ਕਊਆ ਕੂਕਰ ਖਾਹੀ। ਵੇਖੋ ਅਰਥ ਬੜੇ ਸੌਖੇ ਤਰੀਕੇ ਦੇ ਨਾਲ ਕਲੀਅਰ ਹੁੰਦੇ ਨੇ। ਕਹਿੰਦੇ ਵਿਚਾਰੇ ਪਿੱਤਰ ਭਲਾ ਉਹ ਸਰਾਧਾਂ ਦਾ ਭੋਜਨ ਕਿੱਦਾਂ ਹਾਸਲ ਕਰਨ, ਕਿੱਦਾਂ ਪ੍ਰਾਪਤ ਕਰ ਸਕਦੇ ਨੇ। ਭਈ ਉਹਨੂੰ ਤਾਂ ਫਿਰ ਕਾਂ ਕੁੱਤੇ ਹੀ ਖਾ ਜਾਂਦੇ ਨੇ। ਇਹ ਜਿਹੜੇ ਸ਼ਰਾਧ ਮਨਾਉਂਦੇ ਨੇ ਨਾ ਉਹਨਾਂ ਵਿੱਚ ਉੱਥੇ ਲਿਖਿਆ ਹੋਇਆ ਬਕਾਇਦਾ ਉਹਨਾਂ ਨੂੰ ਇਹ ਗੱਲ ਆਖੀ ਜਾਂਦੀ ਹੈ ਕਰਮ ਕਾਂਡ ਕਰਨ ਵਾਸਤੇ ਵੀ ਤੁਸੀਂ ਜਿੱਥੇ ਬ੍ਰਾਹਮਣ ਨੂੰ ਭੋਜਨ ਛਕਾਉਣਾ ਉੱਥੇ ਤੁਸੀਂ ਇੱਕ ਥਾਲੀ ਜਿਹੜੀ ਹੈਗੀ ਆ ਕਾਂ ਦੇ ਨਾਂ ਦੀ ਕੱਢਣੀ ਆ, ਇੱਕ ਥਾਲੀ ਜਿਹੜੀ ਹੈਗੀ ਆ ਤੁਸੀਂ ਕੁੱਤੇ ਦੇ ਨਾਂ ਦੀ ਵੀ ਕੱਢਣੀ ਹੈਗੀ ਆ। ਵੀ ਉਹ ਵੀ ਤੁਸੀਂ ਇੱਦਾਂ ਪਰੋਸਣੀ ਹੈਗੀ ਤੇ ਕਾਂ ਤੇ ਕੁੱਤੇ ਨੂੰ ਖਵਾਉਣੀ ਆ। ਸੋ ਉਹ ਇਹ ਮੰਨਦੇ ਆ, ਕਹਿੰਦੇ ਵੀ ਜਿਹੜੇ ਪਿੱਤਰ ਹੈਗੇ ਨੇ ਪਤਾ ਨਹੀਂ ਉਹ ਕਿਸ ਰੂਪ ਦੇ ਵਿੱਚ ਤੁਹਾਡੇ ਘਰ ਦੇ ਆਸੇ-ਪਾਸੇ ਘੁੰਮਦੇ ਹੋਣ, ਸੋ ਉਹਨਾਂ ਨੂੰ ਵੀ ਖਵਾਉਣੀ ਆ। ਇਹ ਗੱਲ ਭਗਤ ਜੀ ਨੇ ਇੱਥੇ ਆਖ ਦਿੱਤੀ ਆ। ਕਹਿੰਦੇ ਉਹ ਤਾਂ ਕਾਂ ਤੇ ਕੁੱਤੇ ਹੀ ਖਾ ਜਾਣਗੇ। ਵੀ ਜਿਹੜੇ ਪਿੱਤਰ ਹੈਗੇ ਨੇ ਵੀ ਉਹ ਭਲਾ ਕਿੱਦਾਂ ਖਾ ਸਕਦੇ ਆ। ਜਿੱਦਾਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਜਿਹੜਾ ਸਾਡਾ ਸਰੀਰ ਹੈਗਾ ਰੋਟੀ ਤੇ ਸਰੀਰ ਖਾਂਦਾ, ਜਦੋਂ ਸਰੀਰ ਖਤਮ ਹੋ ਗਿਆ, ਸਰੀਰ ਡੈੱਡ ਹੋ ਗਿਆ, ਸੰਸਕਾਰ ਵੀ ਕਰ ਦਿੱਤਾ ਫਿਰ ਸਰੀਰ ਦਾ, ਫਿਰ ਰੋਟੀ ਕਿਹਨੇ ਖਾਣੀ ਆ ਭਲਾ। ਉਹ ਗੱਲ ਭਗਤ ਕਬੀਰ ਜੀ ਕਹਿੰਦੇ ਭਈ ਕਊਆ ਕੂਕਰ, ਵੀ ਕਾਂ ਤੇ ਕੁੱਤੇ ਹੀ ਉਹਨੂੰ ਖਾ ਜਾਂਦੇ ਨੇ। ਮੋਕੋ ਕੁਸਲ ਬਤਾਵੋ ਕੋਈ। ਕਹਿੰਦੇ ਮੈਨੂੰ ਕੋਈ ਜਾਣਾ ਇਹ ਦੱਸੋ ਵੀ ਪਿੱਤਰਾਂ ਦੇ ਨਿਮਿਤ ਸ਼ਰਾਧ ਖਵਾਉਣ ਦੇ ਨਾਲ ਪਿੱਛੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਕਿੱਦਾਂ ਆ ਸਕਦੇ ਨੇ। ਹੁਣ ਝਾਤ ਮਾਰ ਕੇ ਵੇਖ ਲਓ ਆਪਣੇ ਆਸੇ-ਪਾਸੇ ਵੀ ਜਿਹੜੇ ਪਿੱਤਰਾਂ ਦੇ ਨਿਮਿਤ ਸ਼ਰਾਧ ਕਰਵਾਉਂਦੇ ਨੇ ਉਹਨਾਂ ਦੇ ਘਰਾਂ ਵਿੱਚ ਕਲੇਸ਼ ਮੁੱਕ ਗਏ ਨੇ ਜਾਂ ਹੈਗੇ ਨੇ, ਜਾਂ ਜਿਹੜੇ ਸ਼ਰਾਧ ਨਹੀਂ ਮੰਨਦੇ ਨਹੀਂ ਕਰਦੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਕਲੇਸ਼ ਹੈਗੇ ਆ ਵੀ ਦੂਜਿਆਂ ਦੇ ਘਰਾਂ 'ਚ ਮੁੱਕ ਗਏ ਆ। ਇਹ ਗੱਲ ਭਗਤ ਕਬੀਰ ਜੀ ਨੇ ਬੜੇ ਇੱਕ ਤਰ੍ਹਾਂ ਵਿਅੰਗ ਜਿਹਾ ਕੱਸਿਆ ਹੈਗਾ। ਕਹਿੰਦੇ ਮੋਕੋ ਕੁਸ਼ਲ ਬਤਾਵੋ ਕੋਈ, ਮੈਨੂੰ ਦੱਸੋ ਕੋਈ ਖੁਸ਼ੀ ਦੀ ਗੱਲ ਵੀ ਉਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਹੈਗੇ ਆ ਜਿਹੜੇ ਸ਼ਰਾਧ ਮਨਾਉਂਦੇ ਨੇ। ਭਾਵ ਕਿ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਖੁਸ਼ੀਆਂ ਖੇੜਿਆਂ ਦਾ ਸ਼ਰਾਧ ਕਰਾਉਣ ਦੇ ਨਾਲ। ਇਹ ਗੱਲ ਸਾਨੂੰ ਭਗਤ ਜੀ ਸਮਝਾਉਂਦੇ ਨੇ ਗੁਰਬਾਣੀ ਦੇ ਵਿੱਚ। ਅੱਗੇ ਕਹਿੰਦੇ ਨੇ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੈ ਜੀਓ ਦੇਹੀ। ਕੀ ਕੀਤਾ ਜਾਂਦਾ ਹੈਗਾ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਤਿਸ ਆਗੈ ਜੀਓ ਦੇਹੀ, ਤਿਸ ਆਗੈ ਵੀ ਉਹਨਾਂ ਦੇ ਅੱਗੇ ਫਿਰ ਬੱਕਰੇ ਆਦਿਕ ਦੀ ਜਿੱਦਾਂ ਬਲੀ ਦਿੱਤੀ ਜਾਂਦੀ ਹੈ। ਮਿੱਟੀ ਦੇ ਦੇਵੀ ਦੇਵਤੇ ਬਣਾ ਕੇ, ਦੇਵੀ ਦੇਵਤੇ ਕਾਹਦੇ ਨੇ ਭਲਾ, ਨਿਰਜੀਵ ਨੇ। ਮਿੱਟੀ ਕੀ ਆ, ਨਿਰਜੀਵ। ਨਿਰਜੀਵ ਇੱਕ ਨਿਰਜੀਵ ਮੂਰਤੀ ਬਣਾਈ ਜਾਂਦੀ ਹੈ ਮਿੱਟੀ ਦੀ, ਉਹਨੂੰ ਕਿਹਾ ਜਾਂਦਾ ਵੀ ਇਹ ਦੇਵੀ ਹੈ ਤੇ ਆ ਦੇਵਤਾ ਹੈਗਾ, ਔਰ ਉਹਦੇ ਵਾਸਤੇ ਬੱਕਰੇ ਆਦਿਕ ਦੀ ਬਲੀ ਦਿੱਤੀ ਜਾਂਦੀ ਹੈ। ਤਿਸ ਆਗੈ ਜੀਓ ਦੇਹੀ, ਏਦਾਂ ਕਿਹਦੇ ਕੀਤਾ ਜਾਂਦਾ ਹੈਗਾ। ਐਸੇ ਪਿੱਤਰ ਤੁਮਾਰੇ ਕਹੀਐ ਆਪਨ ਕਹਿਆ ਨਾ ਲੇਹੀ। ਹੇ ਭਾਈ ਕਹਿੰਦੇ ਏਦਾਂ ਮਿੱਟੀ ਦੇ ਬਣਾਏ ਹੋਏ ਜਿਹੜੇ ਤੁਹਾਡੇ ਪਿੱਤਰ ਖਵਾਉਂਦੇ ਹਨ, ਜੇ ਜਿੱਦਾਂ ਉਹ ਮਿੱਟੀ ਦੇ ਬਣਾ ਕੇ ਉਹਨਾਂ ਨੂੰ ਕਹਿਤਾ ਜਾਂਦਾ ਵੀ ਇਹ ਸਾਡੇ ਪਿੱਤਰ ਹੈਗੇ ਆ, ਵੀ ਉਹਨਾਂ ਦੇ ਅੱਗੇ ਵੀ ਜੋ ਤੁਹਾਡਾ ਚਿੱਤ ਕਰਦਾ ਹੈਗਾ ਤੁਸੀਂ ਉਹ ਰੱਖ ਦਿੰਦੇ ਹੋ। ਵੀ ਉਹ ਜਿਹੜੇ ਮਿੱਟੀ ਦੀਆਂ ਮੂਰਤੀਆਂ ਹੈਗੀਆਂ ਨੇ ਉਹ ਤੁਹਾਡੇ ਕੋਲੋਂ ਆਪ ਭਲਾ ਕੁਛ ਮੰਗਦੇ ਨੇ, ਭਲਾ ਉਹ ਤੁਹਾਡੇ ਕੋਲੋਂ ਵੀ ਸਾਨੂੰ ਆਹ ਚਾਹੀਦਾ ਹੈਗਾ। ਹੁਣ ਜਦੋਂ ਬਜ਼ੁਰਗ ਘਰ ਦੇ ਵਿੱਚ ਹੈਗਾ ਜਾਂ ਆਪਾਂ ਹੈਗੇ ਆ, ਆਪਾਂ ਤੇ ਘਰ ਮੰਗਦੇ ਆ ਇੱਕ ਦੂਜੇ ਦੇ ਕੋਲੋਂ, ਮੈਨੂੰ ਰੋਟੀ ਚਾਹੀਦੀ ਆ, ਮੈਨੂੰ ਚਾਹ ਦਾ ਪਿਆਲਾ ਦੇ ਦਿਓ, ਮੈਨੂੰ ਦੁੱਧ ਦਾ ਕੱਪ ਦੇ ਦਿਓ, ਉਹ ਪਰੇ ਸੇਬ ਪਿਆ ਹੈਗਾ ਮੈਨੂੰ ਸੇਬ ਕੱਟ ਕੇ ਦੇ ਦਿਓ। ਪਰ ਜੋ ਇਹ ਕਰਮਕਾਂਡ ਕੀਤੇ ਜਾਂਦੇ ਨੇ ਭਗਤ ਜੀ ਕਹਿੰਦੇ ਉਹ ਤੁਹਾਡੇ ਕੋਲੋਂ ਮੰਗਦੇ ਕੁਛ ਨਹੀਂ ਹੈਗੇ, ਕਿਉਂਕਿ ਉਹ ਤਾਂ ਮਿੱਟੀ ਦੇ ਦੇਵੀ ਦੇਵਤੇ ਹੈਗੇ ਆ। ਏਦਾਂ ਸਾਨੂੰ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਸਮਝਾਉਂਦੇ ਨੇ। ਕਹਿੰਦੇ ਭਈ ਸਰਜਿਓ ਕਾਟੈ ਨਿਰਜਿਓ ਪੂਜੈ ਅੰਤ ਕਾਲ ਕੋ ਭਾਰੀ। ਕਹਿੰਦੇ ਮਨੁੱਖ ਕਰਮ ਕਾਂਡ ਦੇ ਵਿੱਚ ਗ੍ਰਸਤ ਹੋਇਆ ਕਰਦਾ ਕੀ ਹੈ,
ਸਰਜੀਓ ਕੱਟ ਹੈ। ਕਰਦਾ ਕੀ ਹੈਗਾ? ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਦੇ ਵਾਸਤੇ ਜਿਹੜਾ ਜੀਵਤ ਪ੍ਰਾਣੀ ਹੈਗਾ, ਜਿੱਦਾਂ ਕੋਈ ਬੱਕਰੇ ਦੀ ਬਲੀ ਦਿੰਦਾ ਹੈਗਾ ਜਾਂ ਕੋਈ ਕਿਸੇ ਜਾਨਵਰ ਦੀ ਬਲੀ ਦਿੰਦਾ ਹੈਗਾ, ਜਿਉਂਦੇ ਪ੍ਰਾਣੀ ਦੀ ਬਲੀ ਦਿੱਤੀ ਜਾ ਰਹੀ ਹੈਗੀ ਆ ਇੱਕ ਨਿਰਜੀਵ ਮੂਰਤੀ ਦੇ ਵਾਸਤੇ। ਕਮਾਲ ਦੇਖੋ ਤੁਸੀਂ ਕਿੱਦਾਂ ਗੁਰੂ ਸਾਹਿਬ ਜੀ ਨੇ ਸਾਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਗੁਰਬਾਣੀ 'ਚ ਸਮਝਾਇਆ। ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ ਗੁਰਬਾਣੀ ਵਿੱਚ ਕਿੰਨੇ ਵਧੀਆ ਤਰੀਕੇ ਦੇ ਨਾਲ। ਹੁਣ ਜੇ ਸਾਨੂੰ ਸਮਝ ਆ ਜਾਵੇ, ਪਰ ਤਾਂ ਖੁਸ਼ ਕਿਹਨੂੰ ਕਰਨਾ ਹੈਗਾ ਭਲਾ? ਖੁਸ਼ ਉਹਨੂੰ ਕਰਨਾ ਜਿਹੜਾ ਬੋਲ ਹੀ ਨਹੀਂ ਸਕਦਾ। ਮਿੱਟੀ ਦੇ ਦੇਵੀ ਦੇਵਤੇ ਬਣਾਏ ਹੋਏ, ਉਹਨੂੰ ਖੁਸ਼ ਕਰਨ ਦੇ ਵਾਸਤੇ ਬਲੀ ਕਿਹਦੀ ਦਿੱਤੀ ਜਾ ਰਹੀ ਆ ਭਲਾ? ਜਿਹੜਾ ਬੋਲਦਾ, ਜਿਹੜਾ ਸਾਹ ਲੈਂਦਾ, ਜਿਹਦੇ ਅੰਦਰ ਲਹੂ ਦਾ ਸੰਚਾਰ ਹੁੰਦਾ, ਜਿਹੜਾ ਦਿਲ ਧੜਕਦਾ, ਉਹਦੀ ਬਲੀ ਦਿੱਤੀ ਜਾਂਦੀ ਆ। ਸਰਜੀਓ ਕਾਟੈ ਨਿਰਜੀਓ ਪੂਜੈ ਅੰਤ ਕਾਲ ਕੋ ਭਾਰੀ। ਕਹਿੰਦੇ ਬਈ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ, ਫਿਰ ਤੂੰ ਆਪਣੇ ਮਨ ਵਿੱਚ ਇਹ ਗੱਲ ਧਾਰਨ ਕਰ ਲੈ ਬਈ ਤੂੰ ਨਿਰਜੀਵ ਨੂੰ ਖੁਸ਼ ਕਰਨ ਦੇ ਵਾਸਤੇ ਇੱਕ ਸਜੀਵ ਜਿਹੜੀ ਚੀਜ਼ ਹੈਗੀ ਆ, ਸਾਹ ਲੈਂਦੀ ਆ ਜਿਹੜੀ, ਤੂੰ ਉਹਦੀ ਬਲੀ ਦੇ ਰਿਹਾ ਹੈਗਾ। ਤੇ ਤੂੰ ਇਹ ਗੱਲ ਮੰਨ ਕੇ ਚੱਲ ਕੇ ਅੰਤ ਕਾਲ ਕੋ ਭਾਰੀ, ਅੰਤ ਨੂੰ ਇਹ ਗੱਲ ਜਿਹੜੀ ਹੈ ਨਾ, ਇਹ ਕੰਮ ਜਿਹੜਾ ਕੀਤਾ ਹੋਇਆ ਤੇਰਾ, ਇਹ ਤੈਨੂੰ ਭਾਰੀ ਪੈਣਾ ਹੈਗਾ। ਇਹ ਗੱਲ ਸਾਨੂੰ ਸਮਝਾਤੀ ਉਹਨਾਂ ਨੇ। ਰਾਮ ਨਾਮ ਕੀ ਗਤ ਨਹੀਂ ਜਾਣੀ ਭੈ ਡੁੱਬੇ ਸੰਸਾਰੀ। ਵੀ ਤੂੰ ਪ੍ਰਮਾਤਮਾ ਦੇ ਨਾਮ ਦੀ ਤਾਂ ਗਤ ਜਾਣੀ ਨਹੀਂ ਹੈਗੀ, ਭੈ ਡੁੱਬੇ ਸੰਸਾਰੀ। ਵੀ ਸੰਸਾਰ ਦੇ ਲੋਕ, ਭਗਤ ਜੀ ਕਹਿੰਦੇ, ਡਰ ਦੇ ਵਿੱਚ, ਸਹਿਮ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰਦੇ ਜਾ ਰਹੇ ਨੇ। ਠੀਕ ਹੈ ਜੀ। ਰਾਮ ਨਾਮ ਕੀ ਗਤ ਨਹੀਂ ਜਾਣੀ ਭੈ ਡੁੱਬੇ ਸੰਸਾਰੀ। ਡਰ ਵਾ ਮਨ ਦੇ ਵਿੱਚ, ਜਿੱਦਾਂ ਆਪਾਂ ਸ਼ਰਾਧ ਵੀ ਅੱਗੇ ਹਰ ਸਾਲ ਮਨਾਉਂਦੇ ਆ ਵੀ ਐਤਕੀ ਜੇ ਨਾ ਮਨਾਏ ਤਾਂ ਬੜਾ ਹੀ ਘਾਟਾ ਪੈ ਜਾਣਾ, ਸਾਨੂੰ ਬੜਾ ਨੁਕਸਾਨ ਹੋ ਜਾਊਗਾ, ਘਰ ਦੇ ਵਿੱਚ ਕਲੇਸ਼ ਆ ਜਾਣੇ ਆ। ਇਹ ਜਿਹੜਾ ਡਰ ਹੈਗਾ, ਇਹ ਜਿਹੜਾ ਸਹਿਮ ਹੈਗਾ, ਭਗਤ ਜੀ ਕਹਿੰਦੇ ਇਸ ਸਹਿਮ ਦੀ ਵਜ੍ਹਾ ਕਰਕੇ ਇਨਸਾਨ ਕਰਮ ਕਾਂਡ ਕਰਦਾ, ਕਰਮ ਕਾਂਡਾਂ ਦੇ ਵਿੱਚ ਗਲਤਾਨ ਹੋ ਜਾਂਦਾ ਹੈਗਾ। ਔਰ ਭੈ ਡੁੱਬੇ ਸੰਸਾਰੀ, ਤੇ ਏਦਾਂ ਸੰਸਾਰ ਦੇ ਲੋਕ ਡੁੱਬ ਰਹੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ। ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਣਾ। ਵੀ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਫਿਰ ਉਹਨਾਂ ਦੀ ਪੂਜਾ ਕਰਦਾ, ਫਿਰ ਡੋਲਦਾ ਹੈਗਾ। ਡੋਲਦਾ ਭਾਵ ਕਿ ਮਨ ਜਿਹੜਾ ਹੈਗਾ ਬੰਦੇ ਦਾ ਉਹ ਸਥਿਰ ਨਹੀਂ ਰਹਿੰਦਾ ਹੈਗਾ। ਇਹ ਨਹੀਂ ਹੈਗਾ ਕਿ ਮਨ ਟਿਕ ਗਿਆ ਜਾਂ ਮਨ ਜਿਹੜਾ ਹੈਗਾ ਟਿਕਾਓ ਦੇ ਵਿੱਚ ਆ ਗਿਆ। ਦੇਵੀ ਦੇਵਾ ਪੂਜੈ ਡੋਲੈ, ਫਿਰ ਡੋਲਦਾ ਹੈਗਾ, ਸਹਿਮ ਜਿਹੇ ਦੇ ਵਿੱਚ ਡਰਿਆ ਰਹਿੰਦਾ ਹੈਗਾ, ਸਹਿਮ ਦੇ ਵਿੱਚ ਡੋਲਦਾ ਮਨ। ਤੇ ਪਾਰ ਬ੍ਰਹਮ ਨਹੀਂ ਜਾਣਨਾ, ਪਾਰ ਬ੍ਰਹਮ ਪਰਮੇਸ਼ਰ ਨੂੰ ਜਾਣਿਆ ਨਹੀਂ ਵੀ ਪਰਮੇਸ਼ਰ ਖੁਸ਼ ਕਿੱਦਾਂ ਹੁੰਦਾ ਹੈਗਾ। ਆਹ ਜਿਹੜੇ ਕਰਮ ਕਾਂਡ ਨੇ ਧਰਮ ਦੇ ਨਾਂ ਦੇ ਉੱਪਰ ਕੀਤੇ ਜਾਣ ਵਾਲੇ, ਵੀ ਪਿੱਤਰ ਖੁਸ਼ ਹੋ ਜਾਣਗੇ, ਇਹਨਾਂ ਕੰਮਾਂ ਦੇ ਵਿੱਚ ਹੀ ਗਲਤਾਨ ਹੋ ਕੇ ਸੰਸਾਰ ਦੇ ਲੋਕ ਆਪਦਾ ਜੀਵਨ ਖਰਾਬ ਕਰਦੇ ਜਾ ਰਹੇ ਨੇ। ਕਹਿਤ ਕਬੀਰ ਅਕਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ। ਭਗਤ ਕਬੀਰ ਜੀ ਕਹਿੰਦੇ ਨੇ ਅਕੁਲ ਨਹੀਂ ਚੇਤਿਆ। ਕੁੱਲ ਦਾ ਭਾਵ ਕਿ ਕੁੱਲ ਤੋਂ ਰਹਿਤ, ਜਾਤ ਪਾਤ ਤੋਂ ਰਹਿਤ, ਕੁੱਲਾਂ ਤੋਂ ਰਹਿਤ। ਜਿੱਦਾਂ ਆਪਾਂ ਕਹਿੰਦੇ ਕਿ ਮੈਂ ਫਲਾਨੀ ਕੁੱਲ ਦਾ ਹੈਗਾ, ਮੈਂ ਉਸ ਕੁੱਲ ਤੋਂ ਕੁੱਲ ਅੱਗੇ ਗਾਂਹ ਚੱਲੀ ਆ ਰਹੀ ਹੈ, ਮੈਂ ਉਸ ਕੁੱਲ, ਉਹਨੂੰ ਕਹਿੰਦੇ ਆ ਕੁੱਲ, ਉਹ ਅਕੁੱਲ। ਭਗਤ ਕਬੀਰ ਜੀ ਕਹਿੰਦੇ ਕਹਿਤ ਕਬੀਰ ਅਕੁੱਲ ਨਹੀਂ ਚੇਤਿਆ। ਉਹ ਜਿਹੜਾ ਕੁੱਲਾਂ ਤੋਂ ਰਹਿਤ ਹੈਗਾ ਪਰਮਾਤਮਾ, ਪਰਮਾਤਮਾ ਦੀ ਕੋਈ ਕੁੱਲ, ਕਿਸੇ ਖਾਸ ਕੁੱਲ, ਕਿਸੇ ਖਾਸ ਮਜ਼ਹਬ, ਕਿਸੇ ਖਾਸ ਜਾਤ ਦੇ ਨਾਲ ਸੰਬੰਧਿਤ ਨਹੀਂ ਹੈਗਾ ਪਰਮਾਤਮਾ। ਉਹ ਪਰਮਾਤਮਾ ਕਹਿੰਦੇ ਅਕੁੱਲ ਨਹੀਂ ਚੇਤਿਆ, ਵੀ ਉਸ ਪਰਮਾਤਮਾ ਨੂੰ ਤਾਂ ਸਿਮਰਦੇ ਨਹੀਂ ਹੈਗੇ, ਉਸ ਪਰਮਾਤਮਾ ਨੂੰ ਤਾਂ ਸਿਮਰਦੇ ਨਹੀਂ ਹੈਗੇ। ਤੇ ਮਾਇਆ ਸਿਉ ਵਿਖਿਆ ਸਿਉ ਲਪਟਾਨਾ, ਵਿਖਿਆ ਮਾਇਆ, ਵੀ ਮਾਇਆ ਦੇ ਨਾਲ ਹੀ ਲਿਪਟੇ ਰਹਿੰਦੇ ਨੇ। ਮਾਇਆ ਕਿਹਨੂੰ ਕਹਿੰਦੇ ਆ ਭਲਾ? ਮਾਇਆ ਉਹਨੂੰ ਕਹਿੰਦੇ ਆ ਜਿਹੜੀ ਚੀਜ਼ ਪਰਮਾਤਮਾ ਨੂੰ ਭੁਲਾ ਦਿੰਦੀ ਹੈਗੀ ਆ, ਜਿਹੜੀ ਚੀਜ਼ ਪਰਮਾਤਮਾ ਨੂੰ ਭੁਲਾਉਂਦੀ ਆ। ਭਾਵ ਕਿ ਕੋਈ ਵੀ ਇੱਦਾਂ ਦੀ ਦਾਤ, ਜਿਹੜੀ ਦਾਤ ਸਾਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੀ ਆ, ਜਿਹੜੀ ਦਾਤ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ। ਮਾਇਆ ਇਕੱਲੇ ਪੈਸੇ ਹੀ ਨਹੀਂ ਹੈਗੇ। ਸੋ ਜਿਹੜੀ ਮੇਨ ਗੱਲ ਸੀਗੀ ਸ਼ਰਾਧਾਂ ਦੀ, ਉਹ ਆਪਾਂ ਕੀਤੀ ਆ। ਹੁਣ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ, ਭਗਤ ਸਾਹਿਬਾਨ ਗੁਰਬਾਣੀ ਦੇ ਵਿੱਚ ਸਾਨੂੰ ਇਹਨਾਂ ਕਰਮ ਕਾਂਡਾਂ ਤੋਂ ਰੋਕਦੇ ਨੇ। ਪਹਿਲਾਂ ਆਪਾਂ ਗੱਲ ਕੀਤੀ ਆ ਸ਼ਰਾਧਾਂ ਦੀ, ਤੁਸੀਂ ਸੁਣ ਲਈ ਉਹਨਾਂ ਦਾ ਲੌਜਿਕ ਕੀ ਹੈਗਾ। ਔਰ ਜਿਨ੍ਹਾਂ ਨੇ ਰੱਦ ਕੀਤਾ ਗੁਰਬਾਣੀ ਦੇ ਵਿੱਚ, ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ, ਉਹਨਾਂ ਦਾ ਲੌਜਿਕ ਕੀ ਹੈਗਾ। ਹੁਣ ਕੰਪੈਰੀਜ਼ਨ ਕਰਕੇ ਵੇਖ ਲੈਣਾ। ਇਕੱਲੇ ਸਿੱਖ ਪਰਿਵਾਰ ਨਹੀਂ, ਜਿਹੜੇ ਦੂਜੇ ਪਰਿਵਾਰ ਵੀ ਹੈਗੇ, ਜਿਹੜੇ ਸ਼ਰਾਧਾਂ ਨੂੰ ਮਾਨਤਾ ਦਿੰਦੇ ਹੈਗੇ ਆ, ਉਹਨਾਂ ਵਾਸਤੇ ਵੀ ਇਹ ਜਿਹੜਾ ਸ਼ਬਦ ਹੈਗਾ ਸਹਾਈ ਹੋਊਗਾ ਜੇ ਉਹ ਇਸ ਸ਼ਬਦ ਤੋਂ ਪ੍ਰੇਰਨਾ ਲੈ ਲੈਣ, ਕਿਉਂਕਿ ਉਪਦੇਸ਼ 4 ਵਰਨਾਂ ਕੋ ਸਾਂਝਾ ਹੈਗਾ। ਔਰ ਸਿੱਖ ਪਰਿਵਾਰ ਜਿਹੜੇ ਆ ਉਹਨਾਂ ਨੂੰ ਉਚੇਚੇ ਤੌਰ ਤੇ ਇਸ ਕਰਕੇ
ਬੇਨਤੀ ਕਰਦੇ ਹਾਂ ਵੀ ਆਪਾਂ ਜਦੋਂ ਅਖਵਾਉਣੇ ਸਿੱਖ ਹਾਂ, ਆਪਾਂ ਜਦੋਂ ਇਹ ਗੱਲ ਕਹਿੰਦੇ ਆ ਕਿ ਮੈਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਇਸ਼ਟ ਮੰਨਦਾ, ਆਪਣਾ ਗੁਰੂ ਮੰਨਦਾ, ਤਾਂ ਫਿਰ ਮੈਨੂੰ ਲੱਗਦਾ ਕਿ ਸਾਡੇ ਸੰਸਾਰ ਦੇ ਵਿੱਚ ਆਸੇ-ਪਾਸੇ ਧਰਮ ਦੇ ਨਾਂ ਦੇ ਉੱਪਰ ਜਿਹੜੇ ਕਰਮਕਾਂਡ ਕੀਤੇ ਜਾਂਦੇ ਨੇ, ਸਾਨੂੰ ਉਹਨਾਂ ਚੋਂ ਬਾਹਰ ਨਿਕਲਣ ਦੀ ਵੀ ਜ਼ਰੂਰਤ ਹੈ। ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ, ਜੇ ਭਈ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਊ ਮੈਂ ਸਾਰਾ, ਜਬ ਜਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਭਈ ਬ੍ਰਾਹਮਣੀ ਕਰਮਕਾਂਡ ਜਿਹੜੇ ਸੀਗੇ ਉਹ ਕਰਦੇ ਸੀਗੇ, ਉਹਨਾਂ ਨੇ ਮਨਾ ਕੀਤਾ ਗੁਰੂ ਸਾਹਿਬ ਜੀ ਨੇ ਸਾਨੂੰ ਵੀ ਇਹ ਕਰਮਕਾਂਡ ਨਹੀਂ ਕਰਨੇ। ਪਰ ਜੇ ਅੱਜ ਫਿਰ ਕਹਿਣਾ ਇਹ ਹੈ ਕਿ ਮੈਂ ਗੁਰੂ ਕਾ ਸਿੱਖ ਹਾਂ ਤੇ ਮੈਂ ਗੁਰਦੁਆਰੇ ਵੀ ਜਾਣਾ ਹੈਗਾ ਤੇ ਮੈਂ ਗੁਰਬਾਣੀ ਨੂੰ ਵੀ ਮੰਨਦਾ ਹੈਗਾ, ਮੱਥਾ ਵੀ ਟੇਕਦਾ ਹੈਗਾ, ਪਰ ਮੈਂ ਕਰਮਕਾਂਡ ਸਾਰੇ ਉਹਨਾਂ ਵਾਲੇ ਕਰਦਾ ਹੈਗਾ ਜਿਨ੍ਹਾਂ ਚੋਂ ਗੁਰੂ ਸਾਹਿਬ ਜੀ ਨੇ ਸਾਨੂੰ ਰੋਕਿਆ ਸੀ, ਕੱਢਿਆ ਸੀ, ਵਰਜਿਆ ਸੀਗਾ। ਪਰ ਆਪਾਂ ਜਾਂਦੇ ਜ਼ਰੂਰ ਹੈਗੇ ਆ, ਕਹਿੰਦੇ ਜ਼ਰੂਰ ਹੈਗੇ ਆਪਦੇ ਆਪ ਨੂੰ ਕਿ ਮੈਂ ਸਿੱਖ ਹਾਂ, ਮੈਂ ਗੁਰੂ ਦਾ ਸਿੱਖ ਹੈਗਾ, ਪਰ ਗੁਰੂ ਸਾਹਿਬ ਜੀ ਨੇ ਸਾਨੂੰ ਵਰਜਿਆ। ਆਸ ਕਰਦੇ ਆ ਕਿ ਆਪਾਂ ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਜਿਹੜੇ ਧਰਮ ਦੇ ਨਾਮ ਦੇ ਉੱਪਰ ਕੀਤੇ ਜਾਂਦੇ ਇਹ ਕਰਮਕਾਂਡ ਨੇ ਉਹਨਾਂ ਤੋਂ ਵੀ ਜ਼ਰੂਰ ਦੂਰ ਹੋਵਾਂਗੇ, ਔਰ ਆਪਣੇ ਘਰਾਂ ਦੇ ਵਿੱਚ ਬਿਨਾਂ ਕਿਸੇ ਡਰ ਭੈ ਤੋਂ, ਕੋਈ ਡਰ ਭੈ ਦੀ ਲੋੜ ਨਹੀਂ ਹੈਗੀ, ਉਹ ਪ੍ਰਮਾਤਮਾ ਜਿਹੜਾ ਹੈਗਾ ਉਹਦੇ ਤੇ ਕੇਵਲ ਭਰੋਸਾ ਰੱਖਣ ਦੀ ਲੋੜ ਹੈ। ਸ਼ਰਾਧਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮਹੱਤਤਾ ਨਹੀਂ ਹੈਗੀ। ਹੁਣ ਕਈ ਵਾਰ ਸਾਡੇ ਪਰਿਵਾਰਾਂ 'ਚ ਇਹ ਗੱਲ ਕਹਿਤੀ ਜਾਂਦੀ ਆ ਵੀ ਚਲੋ ਕੋਈ ਗੱਲ ਨਹੀਂ, ਬਹਾਨੇ ਨਾਲ ਪਾਠੀ ਸਿੰਘਾਂ ਨੂੰ ਜਾਂ ਗੁਰੂ ਕੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਤਾ। ਹੁਣ ਭਾਵਨਾ ਤੇ ਮਨ 'ਚ ਉਹੀ ਆ ਨਾ, ਉਹ ਸ਼ਰਾਧ ਕਰਦੇ ਸੀਗੇ, ਪੰਡਤਾਂ ਨੂੰ ਛਕਾਉਂਦੇ ਸੀਗੇ, ਅਸੀਂ ਮਤਲਬ ਆਪਣੇ ਗ੍ਰੰਥੀ ਸਿੰਘਾਂ ਨੂੰ ਛਕਾਤਾ। ਸੋ ਉਹ ਜਿਹੜੀ ਭਾਵਨਾ ਸੀਗੀ, ਜਿਹੜਾ ਉਹ ਕਰਮਕਾਂਡ ਸੀਗਾ, ਜਿਹੜਾ ਉਹ ਮਨ ਵਿੱਚ ਵਹਿਮ ਬੜਿਆ ਹੋਇਆ ਸੀਗਾ, ਸਾਨੂੰ ਤੇ ਉਹ ਗੁਰਬਾਣੀ ਨੇ ਉਹ ਸਾਡੇ ਮਨਾਂ ਵਿੱਚੋਂ ਕੱਢਿਆ ਸੀਗਾ। ਪਰ ਜੇ ਆਪਾਂ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਮਾਨਤਾਵਾਂ ਨੂੰ, ਉਹਨਾਂ ਕਰਮਕਾਂਡਾਂ ਨੂੰ ਆਪਣੇ ਜ਼ਿਹਨ ਦੇ ਵਿੱਚ, ਆਪਣੇ ਦਿਲੋਂ ਦਿਮਾਗ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਥਾਂ ਦੇ ਰੱਖੀ ਹੈ, ਤਾਂ ਮੈਨੂੰ ਲੱਗਦਾ ਕਿ ਫਿਰ ਆਪਾਂ ਗੁਰੂ ਦੇ ਦੇਣਦਾਰ ਹਾਂ। ਆਸ ਕਰਦੇ ਹਾਂ ਕਿ ਆਪਾਂ ਸਾਰੇ ਜਾਣੇ ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਧਰਮ ਦੇ ਨਾਂ ਦੇ ਉੱਪਰ ਕੀਤੇ ਜਾਂਦੇ ਇਹਨਾਂ ਕਰਮਕਾਂਡਾਂ ਤੋਂ ਜ਼ਰੂਰ ਦੂਰ ਹੋਵਾਂਗੇ। ਸਿੱਖ ਪਰਿਵਾਰ ਹੀ ਨਹੀਂ, ਗੈਰ ਸਿੱਖ ਵੀ ਜਿਹੜੇ ਇਹਨਾਂ ਨੂੰ ਮਾਨਤਾ ਦਿੰਦੇ ਨੇ, ਉਹ ਵੀ ਆਸ ਕਰਦੇ ਆ ਕਿ ਗੁਰਬਾਣੀ ਤੋਂ ਜ਼ਰੂਰ ਲਾਹਾ ਲੈ ਕੇ ਆਪਣਾ ਜੀਵਨ ਵਧੀਆ ਤਰੀਕੇ ਨਾਲ ਸਫਲ ਕਰਕੇ ਜਾਣਗੇ। ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।